ਸਤਿ ਸ਼੍ਰੀ ਅਕਾਲ ਜੀ। ਮੇਰੀ ਸਟੂਡੀਓ ਤੋਂ ਕਹਿ ਲਓ, ਘਰ ਦੇ ਕਮਰੇ ਤੋਂ ਕਹਿ ਲਓ, ਤਸਵੀਰ ਔਰ ਆਵਾਜ਼ ਉਮੀਦ ਕਰਾਂਗਾ ਤੁਹਾਡੇ ਤੱਕ ਪਹੁੰਚ ਗਈ ਹੋਣੀ ਹੈ। ਅੱਜ ਅਸੀਂ 15 ਮਿੰਟ ਗੱਲ ਕਰਨੀ ਹੈ, ਬੜੀ ਨਿਚੋੜ ਕੱਢਣਾ ਹੈਗਾ ਯੂਕੇ ਦਾ। ਤਿੰਨ ਸਵਾਲ ਨੇ, ਪਹਿਲਾਂ ਹੀ ਦੱਸ ਦੇਵਾਂ। ਸਵਾਲ ਪਹਿਲਾ ਹੈਗਾ ਜੀ, ਬਹੁਤ ਸਾਰੇ ਬੱਚਿਆਂ ਨੂੰ ਕੰਸਲਟੈਂਟ ਏਜੰਟ ਕਹਿ ਰਹੇ ਨੇ ਕਿ ਯੂਕੇ ਦੀਆਂ ਫੀਸਾਂ ਭਰ ਦਿਓ, ਦਾਖਲੇ ਲੈ ਲਓ। ਦੂਸਰਾ ਮੁੱਦਾ ਜੀ, ਜਿਨ੍ਹਾਂ ਨੇ ਸਪੌਸ ਦੇ ਆਧਾਰ ਤੇ ਜਾਣਾ ਹੈਗਾ ਜਾਂ ਕਿਸੇ ਨੇ ਵੀ ਜਾਣਾ ਹੈਗਾ, ਜਿਨ੍ਹਾਂ ਨੂੰ ਉੱਥੋਂ ਟਰੈਵਲ ਕਰਨ, ਵੀਜ਼ਾ ਅਪਲਾਈ ਕਰਨ, ਵੀਜ਼ਾ ਲੈਣ ਜਾਂ ਵੀਜ਼ਾ ਮਿਲਿਆ ਹੋਇਆ, ਇਹ ਹਦਾਇਤਾਂ ਅੰਦਰ ਉਹਦੇ ਵੀਜ਼ਾ ਕੈਟਾਗਰੀ ਆਉਂਦੀ ਹੈ, ਉਹ ਕਦੋਂ ਜਾ ਪਾਉਣਗੇ। ਤੀਸਰਾ ਮੁੱਦਾ ਹੈਗਾ ਜੀ, ਕਿਹੜੇ ਕਿਹੜੇ ਉਹ ਵੀਜ਼ੇ ਨੇ, ਕਿਹੜੇ ਕਿਹੜੇ ਵੀਜ਼ਿਆਂ ਦੀ ਕੈਟਾਗਰੀ ਹੈ ਜਿਨ੍ਹਾਂ ਨੂੰ ਪ੍ਰਾਇੋਰਟੀ ਦਿੱਤੀ ਜਾਊਗੀ ਆਉਣ ਵਾਲੇ ਸਮੇਂ ਦੇ ਵਿੱਚ, ਮਈ ਜੂਨ ਜੁਲਾਈ ਦੇ ਵਿੱਚ ਅਪਲਾਈ ਕਰਕੇ ਉਹ ਯੂਕੇ ਜਾ ਪਾਉਣਗੇ। ਨਾਰਮਲ ਵੀਜ਼ਾ ਕੈਟਾਗਰੀ ਦੀ ਗੱਲ ਨਹੀਂ ਹੋਏਗੀ। ਸਾਡੇ ਨਾਲ ਯੂਕੇ ਦੇ ਮੰਨੇ ਪ੍ਰਮੰਨੇ ਸੋਲਿਸਟਰਸ ਗੁਰਪਾਲ ਉੱਪਲ ਜੀ ਲਾਈਨ ਤੇ ਨੇ। ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰੇ ਸਰੋਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਗੁਰਪਾਲ ਜੀ, ਪੰਜਾਬ ਦੇ ਵਿੱਚ ਰੋਜ਼ ਅਸੀਂ ਸ਼ੋਅ ਕਰਦੇ ਹਾਂ, ਤੁਸੀਂ ਵੀ ਜੁੜੇ ਇੱਕ ਦੋ ਵਾਰ ਸਾਡੇ ਨਾਲ, ਤੇ ਅੱਜ ਵੀ ਬੱਚਿਆਂ ਦੀ ਇਹੀ ਕੁਆਰੀ ਹੈ ਜੀ, ਫਲਾਣਾ ਸਾਰੇ ਦੇਸ਼ਾਂ ਦੀ, ਇਕੱਲਾ ਮੈਂ ਯੂਕੇ ਨਹੀਂ ਕਹਿ ਰਿਹਾ, ਕਿ ਜੀ ਮੈਨੂੰ ਆਫਰ ਆਈ ਸੀਗੀ, ਹੁਣ ਕਾਲਜ ਕਹਿ ਰਿਹਾ ਫੀਸ ਭਰ ਲੈ, ਆਨਲਾਈਨ ਕਲਾਸਿਸ ਲਾ ਲੈ। ਥੋੜੇ ਸ਼ਬਦਾਂ 'ਚ ਕੀ ਕਹਿਣਾ ਚਾਹੋਗੇ, ਬੱਚੇ ਨੂੰ ਇਸ ਵਕਤ ਕੀ ਡਿਸੀਜਨ ਲੈਣਾ ਚਾਹੀਦਾ ਹੈ ਯੂਕੇ ਪ੍ਰਤੀ? ਪਹਿਲੀ ਚੀਜ਼ ਤਾਂ ਮੈਂ ਕਹੂੰਗਾ, ਹਰ ਇੱਕ ਬੱਚੇ ਨੂੰ ਕਮ ਸੇ ਕਮ ਜਾਣਕਾਰੀ ਲੈ ਲਓ ਯੂਕੇ ਦੀ ਪਾਲਿਸੀ ਕੀ ਹੈਗੀ ਆ, ਯੂਕੇ ਦੇ ਕੀ ਹਾਲਾਤ ਹੈਗੇ ਆ, ਤੇ ਤੁਹਾਡਾ ਫਿਊਚਰ ਕੀ ਹੈਗਾ ਯੂਕੇ ਆਉਣ ਦੇ ਬਾਅਦ। ਕਿਉਂਕਿ ਯੂਕੇ ਦਾ ਕਾਨੂੰਨ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਾਂਗੂ ਨਹੀਂ ਹੈਗਾ, ਇੱਥੇ ਅਲੱਗ ਕਾਨੂੰਨ ਹੈਗਾ। ਪਹਿਲੀ ਚੀਜ਼ ਹੈ ਕਿ ਕਿਸੇ ਨੂੰ ਕਿ ਆਫਰ ਲੈਟਰ ਆਈ ਹੈਗੀ ਹੈ, ਤਾਂ ਮੈਨੂੰ ਪਤਾ ਤੁਸੀਂ ਕਹਿੰਦੇ ਜ਼ੋਰ ਪਾਇਆ ਜਾਂਦਾ ਹੈਗਾ ਟਿਊਸ਼ਨ ਦੀਆਂ ਫੀਸਾਂ ਸਾਨੂੰ ਛੇਤੀ ਛੇਤੀ ਭਰੋ। ਮੈਂ ਕਹੂੰਗਾ ਜਿਹਦਾ ਪਰ ਜਨ ਜਾਂ ਕੰਸਲਟ ਇਹ ਕਹਿ ਰਿਹਾ ਬਿਲਕੁਲ ਗਲਤ ਕਹਿ ਰਿਹਾ, ਇਹ ਤੁਹਾਨੂੰ ਦਿਖਾਉਣੀ ਇਸ ਵਕਤ ਲੋੜ ਨਹੀਂ ਹੈਗੀ। ਪਹਿਲੀ ਚੀਜ਼ ਮਈ ਜੂਨ ਜੁਲਾਈ ਦੇ ਪਹਿਲੂ ਐਡਮਿਸ਼ਨ ਜਿਹਨੂੰ ਮਿਲੇ ਵੀ ਸੀ, ਉਹ ਯੂਨੀਵਰਸਿਟੀ ਕੋਰਸਿਸ ਇਸ ਵਕਤ ਨਹੀਂ ਚੱਲ ਰਹੇ ਹੈਗੇ ਯੂਕੇ ਦੇ ਵਿੱਚ। ਸਾਰੇ ਕੋਰਸਿਸ ਜਿੰਨੇ ਵੀ ਹੈਗੇ ਆਨਲਾਈਨ ਹੋ ਚੁੱਕੇ ਹੈਗੇ ਆ, ਟਿਊਟੋਰੀਅਲਸ, ਲੈਕਚਰਸ, ਇੱਥੇ ਤੱਕ ਐਗਜ਼ਾਮ ਤੱਕ ਵੀ ਆਨਲਾਈਨ ਹੋ ਚੁੱਕੇ ਹੈਗੇ ਆ। ਮਗਰ ਇਸ ਵਕਤ ਬੱਚੇ ਜੋ ਯੂਕੇ ਆਲਰੇਡੀ ਆ ਚੁੱਕੇ ਹੈਗੇ, ਉਹਨਾਂ ਨੂੰ ਵੀ ਦਿੱਕਤ ਪੈ ਰਹੀ ਹੈਗੀ ਆ ਉਹ ਪੜ੍ਹਾਈ ਕਰਨ ਦੇ ਵਿੱਚ। ਇਨਫੈਕਟ ਕਈ ਬੱਚੇ ਇਹੀ ਸੋਚ ਰਹੇ ਹੈਗੇ ਆਪਣੇ ਪੇਪਰ ਹੀ ਨਹੀਂ ਪਾਸ ਹੋਣੇ ਹੈਗੇ, ਅਟੈਂਡੈਂਸ ਸਾਡੀ ਹੋ ਜੂਗੀ, ਪਰ ਕਿ ਪੇਪਰ ਨਾ ਪਾਸ ਹੋਏ ਸਾਨੂੰ ਅੱਗੇ ਐਡਮਿਸ਼ਨ ਨਹੀਂ ਮਿਲਣੀ ਹੈਗੀ। ਸੋ ਕਈ ਬੱਚੇ ਤਾਂ ਵੈਸੇ ਡਰਨ ਲੱਗ ਪਏ ਕਿ ਸਾਡਾ ਕੀ ਹੋਗਾ। ਤੇ ਜਿਹੜੇ ਬੱਚੇ ਨੇ ਅੱਗੇ ਪੜ੍ਹਾਈ ਕਰਨੀ ਹੈਗੀ ਆ, ਮੈਂ ਕਹੂੰਗਾ ਤੁਸੀਂ ਬੇਸ਼ੱਕ ਆਪਣੇ ਸਪਟੈਂਬਰ ਦੀ ਇਨਟੇਕ ਵਾਸ ਲਈ ਤੁਸੀਂ ਸ਼ੁਰੂਆਤ ਕਰਾ ਲਓ, ਤੁਸੀਂ ਆਪਣੇ ਆਫਰ ਲੈਟਰ ਲੈਣੇ ਕਰਾ ਲਓ, ਮਗਰ ਹਲੇ ਕੈਸ਼ ਜਿਹੜੇ ਆਫਰ ਲੈਟਰ ਹੁੰਦੇ ਇੱਥੇ ਆ ਕੇ ਪੜ੍ਹਨ ਵਾਸਤੇ ਉਹ ਹੱਲੇ ਨਾ ਕਰੋ, ਜਿਹਦੇ ਵਿੱਚ ਸਾਨੂੰ ਟਿਊਸ਼ਨ ਦੀ ਫੀਸ ਭਰਨੀ ਪਊਗੀ। ਮੇਰੇ ਹਿਸਾਬ ਨਾਲ ਕੋਈ ਵੀ ਯੂਨੀਵਰਸਿਟੀ ਤੁਹਾਨੂੰ ਜ਼ਬਰਦਸਤੀ ਨਹੀਂ ਕਰੂਗੀ ਇਸ ਵਕਤ ਕਹਿਣ ਵਾਸਤੇ ਤੁਸੀਂ ਅੱਜ ਦੇ ਵਕਤ ਆਪਣੀ ਇਮੀਗ੍ਰੇਸ਼ਨ ਦੇ ਨਾਲ ਨਾਲ ਟਿਊਸ਼ਨ ਦੀ ਫੀਸਾਂ ਵੀ ਭਰ ਲਓ, ਬਿਕਾਜ਼ ਕਲਾਸਾਂ ਤਾਂ ਹਲੇ ਕਿਸੇ ਚੀਜ਼ ਦੀ ਕੋਈ ਗਰੰਟੀ ਨਹੀਂ ਹੈਗੀ। ਇਨਫੈਕਟ ਕਾਫੀ ਯੂਨੀਵਰਸਿਟੀ ਜੋ ਕਿ ਸਪਟੈਂਬਰ ਦੀ ਇਨਟੇਕ ਹੈ, ਉਹ ਵੀ ਸੋਚ ਰਹੇ ਹੈਗੇ ਸ਼ਾਇਦ ਅੱਗੇ ਅਕਤੂਬਰ ਜਾਂ ਜਨਵਰੀ ਤੱਕ ਲੈ ਕੇ ਜਾਣ ਵਾਸਤੇ। ਇਨਫੈਕਟ ਕਈ ਯੂਨੀਵਰਸਿਟੀ ਨੇ ਇਹ ਵੀ ਕਹਿ ਚੁੱਕੇ ਹੈਗੇ ਆਪਾਂ ਸਪਟੈਂਬਰ ਦੀ ਇਨਟੇਕ ਲੈਣੀ ਵੀ ਨਹੀਂ ਹੈਗੀ। ਹਲੇ ਤੱਕ ਇਹ ਨੁਕਸਾਨ ਯੂਨੀਵਰਸਿਟੀ ਦਾ ਹੈ। ਕਿਉਂ? ਬਿਕਾਜ਼ ਸਭ ਤੋਂ ਵੱਧ ਗਿਣਤੀ, ਸਭ ਤੋਂ ਵੱਧ ਟਿਊਸ਼ਨ ਦੀਆਂ ਫੀਸਾਂ ਇੰਟਰਨੈਸ਼ਨਲ ਸਟੂਡੈਂਟ ਦੇ ਰੂਪ ਚ ਆਉਂਦੀਆਂ ਹੈਗੀਆਂ। ਇਹ ਕਮਾਈ ਜੋ ਯੂਨੀਵਰਸਿਟੀ ਘਟਣ ਲੱਗ ਪਈ ਹੈਗੀ ਹੈ। ਇਨਫੈਕਟ ਕਈ ਰਿਪੋਰਟਸ ਇਹ ਵੀ ਕਹਿ ਰਹੇ 20 to 80% ਯੂਕੇ ਦੀ ਕਮਾਈ ਯੂਨੀਵਰਸਿਟੀ ਘਟ ਜਾਂਦੀ ਹੈ। ਤੇ ਇਹ ਵੀ ਦੱਸ ਦਵਾਂ, ਸਭ ਤੋਂ ਵੱਧ ਫੀਸਾਂ ਜੋ ਆ ਰਹੀਆਂ ਹੈਗੀਆਂ ਸਟੂਡੈਂਟਸ ਨੂੰ, ਉਹ ਸਾਡੇ ਪੰਜਾਬ ਤੇ ਇੰਡੀਆ ਤੋਂ ਨਹੀਂ ਆ ਰਹੀਆਂ ਹੈਗੀਆਂ, ਚੀਨ ਦੇ ਬੱਚਿਆਂ ਤੋਂ ਆ ਰਹੀਆਂ ਹੈਗੀਆਂ। ਸੋ ਅੱਗੇ ਮੇਜਰ ਕੰਸਰਨ ਹੈ ਅੱਜ ਦੇ ਵਕਤ ਯੂਨੀਵਰਸਿਟੀ ਨੂੰ ਇਹ ਹੈਗਾ ਆ, ਕੱਲ੍ਹ ਨੂੰ ਕਰੋਨਾ ਵਾਇਰਸ ਜਦੋਂ ਖਤਮ ਹੋਊਗਾ, ਲੋਕਡਾਊਨ ਖੁੱਲੂਗਾ, ਸਟੂਡੈਂਟਸ ਬਾਹਰੋਂ ਹੱਲੇ ਵੀ ਆਉਣ ਨੂੰ ਤਿਆਰ ਹੋਗੇ, ਬਿਕਾਜ਼ ਬੱਚੇ ਅੱਜ ਦੇ ਵਕਤ ਡਰ ਰਹੇ ਆ। ਜਿਹੜੇ ਬੱਚੇ ਆਲਰੇਡੀ ਯੂਕੇ ਚ ਆ ਚੁੱਕੇ ਆ, ਜੋ ਅੱਜ ਦੇ ਵਕਤ ਪੰਜਾਬੀ ਬੱਚੇ ਸਪੈਸ਼ਲੀ ਪਿਛਲੇ ਸਪਟੈਂਬਰ ਤੋਂ ਲੈ ਕੇ ਜੋ ਹੁਣ ਜਨਵਰੀ ਚ ਆਇਆ, ਆਪਾਂ ਸਿਰਫ ਉਹਨਾਂ ਦੇ ਹਾਲਾਤ ਦੇਖੀਏ ਕੀ ਹੈਗੇ। ਕਈ ਬੱਚੇ ਨੇ ਕਈ ਪੈਸੇ, ਕਈ ਵੱਧ ਮੈਂ ਕਹੂੰਗਾ ਪੈਸੇ ਦੇ ਕੇ ਆਏ ਹੈਗੇ ਆ, ਜੋ ਅੱਜ ਦੇ ਵਕਤ ਕਰਜ਼ੇ ਦੇ ਹਿੰਟ ਹੈਗਾ। ਕੰਮ ਕਰਨ ਦਾ ਮੌਕਾ ਨਹੀਂ ਮਿਲਦਾ ਹੈਗਾ ਬਿਕਾਜ਼ ਲੋਕਡਾਊਨ ਹੈਗਾ ਆ, ਟਿਊਸ਼ਨ ਦੀਆਂ ਫੀਸਾਂ ਵੀ ਦੇਣ ਵਾਲੀਆਂ ਹੈਗੀਆਂ, ਪਿੱਛੇ ਕਰਜ਼ੇ ਜੋ ਏਜੰਟਾਂ ਦੇ ਸਿਰ ਪਏ ਹੈਗੇ ਉਹ ਵੀ ਸਿਰ ਚੜੇ ਹੈਗੇ ਆ। ਸੋ ਅੱਜ ਦੇ ਵਕਤ ਮੈਂ ਹਰ ਇੱਕ ਬੱਚੇ ਨੂੰ ਕਹੂੰਗਾ ਸੋਚ ਸਮਝ ਕੇ ਕਦਮ ਚੁੱਕੋ। ਵਰਕ ਪਰਮਿਟ ਵੀ ਹੈਗਾ, ਉਹ ਵੀ ਆਸਾਨੀ ਨਾਲ ਨਹੀਂ ਮਿਲਦੇ ਹੈਗੇ, ਸਖਤਾਈ ਸਾਰਿਆਂ ਪਾਸਿਓਂ ਹੈਗੀ ਆ, ਤਾਂ ਅਨਸਰਟਨਟੀ ਵੀ ਹੈਗੀ ਆ। ਜੀ ਗੁਰਪਾਲ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੋਚ ਸਮਝ ਕੇ ਕਦਮ ਚੁੱਕੋ, ਜਿਹੜੇ ਬੱਚਿਆਂ ਨੂੰ ਉਹਨਾਂ ਦੇ ਏਜੰਟ, ਕੰਸਲਟੈਂਟਸ ਜਾਂ ਬੱਚਾ ਖੁਦ ਕਾਹਲਾ ਪਿਆ ਹੈਗਾ, ਕੋਈ ਐਸਟੀਮੇਟ ਟਾਈਮ ਦੇ ਪਾਓਗੇ ਕਿ ਅਪਲਾਈ ਕਰਕੇ ਟਰੈਵਲ ਕਰਨ ਦੀ ਸਥਿਤੀ ਕਦੋਂ ਬਣੂਗੀ, ਜਾਂ ਯੂਕੇ ਸਾਰੇ ਦੇ ਸਾਰੇ ਯੂਨੀਵਰਸਿਟੀਆਂ ਨੂੰ ਇਹ ਕਦੋਂ ਕੁ ਫੈਸਿਲਿਟੀ ਪ੍ਰਦਾਨ ਕਰਵਾ ਸਕਦਾ ਹੈ ਕਿ ਸਾਰੇ ਬੱਚੇ ਆਨਲਾਈਨ ਪੜ੍ਹ ਸਕਣ, ਔਰ ਕਿੰਨਾ ਟਾਈਮ ਆਨਲਾਈਨ ਪੜ੍ਹ ਸਕਦਾ ਇੰਡੀਆ ਤੋਂ ਬੱਚਾ?
ਭਾਜੀ ਜਦ ਤੱਕ ਬੱਚੇ ਨੂੰ ਇੱਥੇ ਆਉਣ ਦੀ ਕਾਹਲੀ ਹੈਗੀ ਆ, ਮੈਂ ਅਗੇ ਆਪ ਕਹਾਂ ਮੈਨੂੰ ਸਮਝ ਨਹੀਂ ਪੈ ਰਹੀ ਹੈਗੀ ਏਜੰਟ ਅੱਜ ਦੇ ਵਕਤ ਵੀ ਤੁਹਾਡੇ ਸ਼ੋਆਂ ਦੇ ਉੱਪਰ ਮੀਡੀਆ ਦੇ ਉੱਪਰ ਕਿਉਂ ਇੰਨਾ ਜ਼ਿਆਦਾ ਜ਼ੋਰ ਪਾ ਰਹੇ ਹੈਗੇ ਅੱਜ ਦੇ ਵਕਤ ਅਪਲਾਈ ਕਰਨ ਵਾਸਤੇ। ਜੀ ਮੈਂ ਫੇਰ ਕਹੂੰਗਾ ਸੋਚ ਸਮਝ ਦਾ ਮੇਰਾ ਮਤਲਬ ਕੀ ਹੈਗਾ। ਪਹਿਲੀ ਚੀਜ਼ ਆ, ਕੋਈ ਵੀ ਸਾਡੇ ਪੰਜਾਬੀ ਸਟੂਡੈਂਟ ਮੇਰੇ ਹਿਸਾਬ ਨਾਲ ਆਨਲਾਈਨ ਪੜ੍ਹਾਈ ਨਹੀਂ ਹੋਣੀ ਹੈਗੀ। ਯੂਕੇ ਚ ਬੱਚੇ ਜਦੋਂ ਆਨਲਾਈਨ ਪੜ੍ਹਾਈ ਇਸ ਵਕਤ ਜੋ ਕਰਾ ਰਹੇ ਹੈਗੇ ਉਹਨਾਂ ਨੂੰ ਦਿੱਕਤ ਪੈ ਰਹੀ ਹੈਗੀ ਆ। ਮੈਨੂੰ ਆਪ ਕਮੈਂਟਾਂ ਆ ਰਹੀਆਂ ਹੈਗੀਆਂ ਬੱਚਿਆਂ ਤੋਂ, ਕਹਿਣ ਵਾਸਤੇ ਸਾਡੀ ਫੇਸ ਟੂ ਫੇਸ ਜੋ ਪੜ੍ਹਾਈ ਹੈਗੀ ਉਹਦੇ ਵਾਂਗੂ ਆਨਲਾਈਨ ਨਹੀਂ ਹੋ ਰਹੀ ਹੈਗੀ, ਤਾਂ ਸਾਡੇ ਮਾਰਕਸ ਨਹੀਂ ਪੂਰੇ ਹੋ ਰਹੇ ਹੈਗੇ। ਮਾਰਕਸ ਨਹੀਂ ਪੂਰੇ ਹੋ ਗਏ ਤਾਂ ਪੜ੍ਹਾਈ ਪਾਸ ਨਹੀਂ ਹੋਣਗੇ, ਡਿਗਰੀਆਂ ਨਹੀਂ ਮਿਲੂਗੀਆਂ ਤਾਂ ਅੱਗੇ ਵਰਕ ਪਰਮਿਟ ਦਾ ਮੌਕਾ ਵੀ ਖਤਮ ਹੋ ਜਾਣਾ ਹੈਗਾ। ਤਾਂ ਵੈਸੇ ਵੀ ਦੇਖੇ ਜਾਏ ਸਟੂਡੈਂਟ ਯੂਕੇ ਦੇ ਅੱਜ ਦੇ ਵਕਤ ਹੁੰਦਾ ਹੈਗਾ ਉਹਨੂੰ ਪੀਆਰ ਕਿੱਦਾਂ ਮਿਲਦੀ ਹੈ? ਪਹਿਲਾਂ ਤਾਂ ਆਪਣੀ ਪੜ੍ਹਾਈ ਕਰੂਗਾ, ਪੜ੍ਹਾਈ ਜੋ ਹੈਗੀ ਜਾਂ ਤਾਂ ਸਾਲ ਦੀ ਮਾਸਟਰਸ ਕਰੂਗਾ ਜਾਂ 3 ਸਾਲ ਦੀ ਡਿਗਰੀ ਕਰੂਗਾ ਜੀ। ਉਹਦੇ ਬਾਅਦ ਕੀ ਹੋਣਾ ਹੈਗਾ, ਉਹਨੂੰ ਜਾਂ ਤਾਂ 2 ਸਾਲ ਦੀ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਪਰ ਭਾਜੀ ਉਹ ਵੀ ਮੋਹਲੇ ਸਾਲ ਆ, ਉਹ ਤਾਂ ਅੱਜ ਤੱਕ ਨਹੀਂ ਹੈਗੀ। ਜਿਹਦੇ ਏਜੰਟਾਂ ਨੇ ਕਿਹਾ ਸੀ ਅੱਜ ਜਾ ਕੇ ਪੜ੍ਹਾਈ ਗ੍ਰੈਜੂਏਸ਼ਨ ਕਰਾ ਕੇ ਤਾਂ ਅੱਜ ਹੀ ਤੁਹਾਨੂੰ ਵਰਕ ਪਰਮਿਟ 2 ਸਾਲ ਦਾ ਮਿਲੇਗਾ, ਉਹ ਤਾਂ ਬਿਲਕੁਲ ਗਲਤ ਸੀ। ਉਹਦੀ ਮਸ਼ਹੂਰੀਆਂ ਵੀ ਬਹੁਤ ਮੈਂ ਦੇਖੀਆਂ ਹੋਈਆਂ ਹੈਗੀਆਂ। ਵਰਕ ਪਰਮਿਟ ਪੋਸਟ ਸਟੱਡੀ ਵਰਕ ਇਹ ਮੋਹਲੇ ਸਾਲ ਹਲੇ ਕਾਨੂੰਨ ਬਣਨਾ ਆ, ਕਾਨੂੰਨ ਬਣੂਗਾ ਤਾਂ ਜਾ ਕੇ ਤੁਹਾਨੂੰ 2 ਸਾਲ ਦਾ ਪੋਸਟ ਸਟੱਡੀ ਵਰਕ ਮਿਲੇਗਾ। ਤੇ ਜਦ 2 ਸਾਲ ਦਾ ਪੋਸਟ ਸਟੱਡੀ ਵਰਕ ਆ ਤਾਂ ਪੜ੍ਹਾਈ ਭਾਜੀ ਇਹ ਪੀਆਰ ਦੇ ਵਿੱਚ ਦੀ ਕੋਈ ਗਿਣਤੀ ਨਹੀਂ ਮੇਰਾ ਹੁੰਦੀ ਜਦੋਂ ਤੱਕ ਬੱਚਾ ਕਿਸੇ EMPLOYER ਦੇ ਨਾਲ ਜੇ ਕੋਈ ਸਪਾਂਸਰ ਲਾਇਸੈਂਸ ਹੈ, ਜਦੋਂ ਤੱਕ ਤੁਹਾਡੀ 25,600 ਪਾਉਂਡ ਦੀ ਆਮਦਨ ਨਹੀਂ, ਜਿੰਨਾ ਤੁਸੀਂ ਲਗਾਤਾਰ 5 ਸਾਲ ਕੰਮ ਨਹੀਂ ਕਰਦੇਗੇ ਉਦੋਂ ਤੱਕ ਤੁਹਾਨੂੰ ਪੀਆਰ ਨਹੀਂ ਮਿਲ ਸਕਦੀ ਹੈਗੀ। ਸੋ ਜਿਹਦੇ ਵਾਰ-ਵਾਰ ਮੈਂ ਦੇਖਦਾ ਹੈਗਾ ਮਸ਼ਹੂਰੀਆਂ ਕਰਦੇ ਦੱਸ ਰਹੇ ਹੈਗੇ ਆ ਤੁਸੀਂ ਜਾ ਕੇ ਵਰਕ ਪਰਮਿਟ ਕਢਾ ਲਓ ਤਾਂ ਤੁਹਾਨੂੰ ਉੱਥੇ ਪੀਆਰ ਮਿਲ ਜਾਣੀ ਹੈਗੀ। ਪਲੀਜ਼ ਮਨ ਚ ਰੱਖੋ ਤੁਹਾਨੂੰ ਘੱਟ ਤੋਂ ਘੱਟ 8 ਤੋਂ ਲੈ ਕੇ 10 ਸਾਲ ਲੱਗਣੇ ਯੂਕੇ ਚ ਆ ਕੇ ਪੀਆਰ ਲੈਣ ਵਾਸਤੇ। ਸੋ ਪਲੀਜ਼ ਇਹ ਗਲਤ ਫਹਿਮੀ ਚ ਨਾ ਰਹੋ ਜੀ। ਰੁਪਾਲ ਜੀ ਹੋਰ ਮਸਲਾ ਕਿ ਜਿਨ੍ਹਾਂ ਨੂੰ ਆਲਰੇਡੀ ਵੀਜ਼ਾ ਮਿਲ ਚੁੱਕਿਆ ਹੈ ਉਹਨਾਂ ਲਈ ਉੱਥੋਂ ਦੀ ਸਰਕਾਰ ਜਾਂ ਜਿਹੜੇ ਐਜੂਕੇਸ਼ਨ ਅਦਾਰੇ ਨੇ ਕੀ ਕਰਨਗੇ? ਉਹਨਾਂ ਦਾ ਵੀਜ਼ਾ ਐਕਸਟੈਂਡ ਕਰਨਗੇ? ਉਹਨਾਂ ਪ੍ਰਤੀ ਕੀ ਪਾਲਿਸੀ ਬਣਾਈ ਹੈ ਯੂਨੀਵਰਸਿਟੀਆਂ ਨੇ? ਦੇਖੋ ਇੱਕ ਤਾਂ ਜੋ ਬੱਚਾ ਕਿ ਯੂਕੇ ਚ ਆ ਜੋ ਇਸ ਵਕਤ ਤੰਗੀ ਚ ਹੈਗਾ, ਮੈਂ ਤਾਂ ਸਿਰਫ ਇਹ ਕਹਿ ਸਕਦਾ ਜਿੱਦਾਂ ਸਾਡੇ ਬ੍ਰਿਟਿਸ਼ਰਸ NRIs ਇੰਡੀਆ ਚ ਬੈਠੇ ਆ ਉਹਨੂੰ ਤਾਂ ਸਿਰਫ ਮਦਦ ਮਿਲ ਸਕਦੀ ਹੈਗੀ ਤੁਹਾਡੀ ਆਪਣੀ ਸਰਕਾਰ ਤੋਂ ਜੀ, ਇੰਡੀਅਨ ਹਾਈ ਕਮਿਸ਼ਨ। ਤੇ ਸ਼ਾਇਦ ਇੰਡੀਅਨ ਹਾਈ ਕਮਿਸ਼ਨ ਇਸ ਵਕਤ ਉਨੀ ਤੁਹਾਨੂੰ ਮਦਦ ਨਹੀਂ ਦੇ ਰਹੀ ਹੈਗੀ। ਨਹੀਂ ਮੇਰਾ ਸਵਾਲ ਭਾਜੀ ਹੈ ਕਿ ਜਿਹੜੇ ਇੰਡੀਆ ਦੇ ਵਿੱਚ ਬੱਚੇ ਨੇ ਵੀਜ਼ਾ ਲੱਗ ਚੁੱਕਾ ਟਰੈਵਲ ਨਹੀਂ ਕਰ ਪਾਏ ਉਹਨਾਂ ਨੂੰ ਯੂਨੀਵਰਸਿਟੀਆਂ ਕੀ ਕਰਨਗੀਆਂ? ਵੀਜ਼ਾ ਵਧਾਉਣਗੀਆਂ ਕੀ ਕਰਨਗੀਆਂ? ਓਕੇ ਜੀ, ਹੁਣ ਜਿਹਨਾਂ ਦੇ ਵੀਜ਼ੇ ਇੰਡੀਆ 'ਚ ਲੱਗੇ ਹੈਗੇ ਆ ਯੂਜ਼ਲੀ ਤੁਹਾਨੂੰ 30 ਦਿਨ ਦਾ ਵੀਜ਼ਾ ਦਿੰਦੇ ਹੈਗੇ ਯੂਕੇ ਦੀ ਐਂਟਰੀ ਕਰਨ ਵਾਸਤੇ। ਫਿਰ ਜਦੋਂ ਤੁਸੀਂ ਯੂਕੇ ਆਉਂਦੇ ਹੈਗੇ ਤੁਸੀਂ ਵੀਜ਼ਾ ਫਿਰ ਇੱਥੋਂ ਵਧਾ ਸਕਦੇ ਹੈਗੇ ਜਾਂ ਤੁਹਾਨੂੰ ਇੱਕ ਬਾਇਓਮੈਟ੍ਰਿਕ ਕਾਰਡ ਮਿਲਦਾ ਜੋ ਤੁਹਾਨੂੰ ਇੱਥੇ ਲੋਕਲ ਪੋਸਟ ਆਫਿਸ ਦਾਖਾਨਾ ਆਪਾਂ ਕਹਿ ਸਕਦੇ ਹੈਗੇ ਉੱਥੋਂ ਜਾ ਕੇ ਦਿੰਦੇ ਹੈਗੇ ਜਿੰਨੇ ਚਿਰ ਦਾ ਤੁਹਾਡਾ ਵੀਜ਼ਾ ਹੈਗਾ। ਹੁਣ ਜਿਹਨਾਂ ਦੇ ਵੀਜ਼ੇ 30 ਦਿਨ ਦੇ ਮੁੱਕ ਗਏ ਹੈਗੇ ਆ ਯੂਕੇ ਨੇ 28 ਅਪ੍ਰੈਲ ਨੂੰ ਅਨਾਉਂਸਮੈਂਟ ਕਰਾਤਾ ਸੀ ਤੁਸੀਂ ਆਨਲਾਈਨ ਜਾ ਕੇ ਈਮੇਲ ਰਾਹੀਂ ਕਰਾ ਕੇ ਕਰੋਨਾ ਇਮੀਗ੍ਰੇਸ਼ਨ ਟੀਮ ਤੋਂ ਤੁਸੀਂ ਆਪਣਾ ਵੀਜ਼ਾ ਫ੍ਰੀ ਦੇ ਵਿੱਚ ਦੁਬਾਰਾ ਕਢਾ ਸਕਦੇ ਹੈਗੇ। ਉਹਦੀ ਕੋਈ ਐਕਸਟਰਾ ਫੀਸ ਨਹੀਂ ਹੈਗੀ, ਸਿਰਫ ਤੁਹਾਨੂੰ ਈਮੇਲ ਕਰਨ ਦੀ ਲੋੜ ਹੈਗੀ ਆ। ਤਾਂ ਨਾਲ ਇਹ ਵੀ ਕਿਹਾ ਹੈਗਾ ਤੁਹਾਡੇ ਕੋਲ ਟਾਈਮ ਹੈਗਾ ਆ ਇਸ ਸਾਲ ਦੇ ਐਂਡ ਤੱਕ, ਮਤਲਬ ਕਹਿਣ ਤੱਕ 31 ਦਸੰਬਰ 2020 ਤੱਕ ਟਾਈਮ ਹੈਗਾ ਉਹ ਵੀਜ਼ਾ ਅੱਗੇ ਵਧਾਉਣ ਵਾਸਤੇ। ਇਹ ਤਾਂ ਹੁਣ ਸਟੂਡੈਂਟਸ ਲਈ ਵੀ ਆ, ਮੈਰਿਜ ਕੇਸਿਸ ਜੋ ਵਿਆਹ ਦੇ ਰੂਪ ਚ ਆਉਣਾ ਸੀ, ਵਰਕ ਪਰਮਿਟ ਸਾਰਿਆਂ ਲਈ ਐਲਾਨ ਕੀਤਾ ਗਿਆ ਹੈਗਾ। ਮਗਰ ਇਹ ਸ਼ੁਰੂਆਤ ਸਿਰਫ ਉਸ ਵਕਤ ਹੋਣਾ ਜਦ ਇੰਡੀਅਨ ਸਰਕਾਰ ਨੇ ਲੋਕਡਾਊਨ ਖੋਲਤੀ ਤੇ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਹੋ ਗਈਆਂ। ਪਰ ਨਾਲ ਦੀ ਨਾਲ ਹੁਣ ਇਹ ਵੀ ਇਸ਼ੂ ਬਣਨੀ ਹੈਗੀ ਹੈ ਜਿਹਨੇ ਮਈ ਜੂਨ ਜੁਲਾਈ ਦੇ ਵਿੱਚ ਐਂਟਰੀ ਲਈ ਸੀ ਯੂਕੇ ਪੜ੍ਹਾਈ ਕਰਨ ਵਾਸਤੇ ਉਹ ਕਲਾਸਾਂ ਤਾਂ ਹਲੇ ਹੋਣੀਆਂ ਨਹੀਂ ਹੈਗੀਆਂ। ਇਨਫੈਕਟ ਮੈਂ ਸ਼ੋਰ ਯੂਨੀਵਰਸਿਟੀ ਨੇ ਆਪਣੇ ਕੈਸ ਵਿਦਡਰੋ ਕੀਤੇ ਹੋਣੇ ਆ ਜਾ ਕੇ ਆਉਣਾ ਤੁਹਾਡੀ ਪੜ੍ਹਾਈ ਦੁਬਾਰਾ ਸ਼ੁਰੂ ਹੋਊਗੀ ਸੈਪਟੈਂਬਰ ਦੇ ਵਿੱਚ। ਸੋ ਕੱਲ ਨੂੰ ਕਿ ਵੀਜ਼ੇ ਮਿਲ ਵੀ ਜਾਂਦੇ ਹੈਗੇ ਆ ਤੁਹਾਨੂੰ ਯੂਕੇ ਦੀ ਐਂਟਰੀ ਆਉਣ ਦੀ ਮੌਕਾ ਵੀ ਮਿਲਦਾ ਹੈਗਾ। ਪਹਿਲਾਂ ਯੂਨੀਵਰਸਿਟੀ ਨਾਲ ਚੈੱਕ ਕਰ ਲਿਓ ਤੁਹਾਡੀ ਪੜ੍ਹਾਈ ਕਿੱਦਣ ਸ਼ੁਰੂ ਹੋਣੀ ਹੈਗੀ ਹੈ, ਜਾਂ ਤਾਂ ਹੋਗੀ ਸੈਪਟੈਂਬਰ ਦੇ ਵਿੱਚ, ਅਕਤੂਬਰ ਜਾਂ ਹੋਗੀ ਸ਼ਾਇਦ ਜਨਵਰੀ ਚ। ਪਰ ਨਾਲ ਮੈਂ ਇਹ ਵੀ ਕਹੂੰਗਾ ਯੂਨੀਵਰਸਿਟੀ ਸ਼ਾਇਦ ਇਹ ਵੀ ਕਹਿ ਸਕਦੇ ਹੈਗੇ ਕਿ ਤੁਸੀਂ ਪੜ੍ਹਾਈ ਹੁਣ ਅੱਗੇ ਨਹੀਂ ਕਰਨੀ ਹੈਗੀ ਤੁਸੀਂ ਆਪਣੀ ਰੀਫੰਡ ਵੀ ਲੈ ਸਕਦੇ ਹੈਗੇ। ਇਨਫੈਕਟ ਕਈ ਯੂਨੀਵਰਸਿਟੀਆਂ ਨੇ ਪਾਲਿਸੀਆਂ ਬਣਾਈਆਂ ਹੈਗੀਆਂ ਜਿਹਦੇ ਵਿੱਚ ਤੁਹਾਨੂੰ 100% ਰੀਫੰਡ ਪਾਲਿਸੀ ਵੀ ਦੇਣ ਨੂੰ ਤਿਆਰ ਹੈਗੇ ਆ। ਸੋ ਜੋ ਸਾਡੀ ਗੱਲਾਂ ਬਾਤਾਂ ਹੁੰਦੀਆਂ ਹੈਗੀਆਂ ਜੋ ਹੈਡਸ ਆਫ ਡਿਪਾਰਟਮੈਂਟਸ ਹੈਗੇ ਆ ਉਹ ਕਹਿੰਦੇ ਸਾਨੂੰ ਪਤਾ ਹੈਗਾ ਬੱਚਿਆਂ ਨੂੰ ਪ੍ਰੋਬਲਮ ਕੀ ਪੈ ਰਹੀ ਹੈਗੀ, ਸਪੈਸ਼ਲੀ ਇੰਟਰਨੈਸ਼ਨਲ ਸਟੂਡੈਂਟਸ, ਬਿਕਾਜ਼ ਇੰਟਰਨੈਸ਼ਨਲ ਸਟੂਡੈਂਟਸ ਤੇ ਯੂਕੇ ਡੋਮੈਸਟਿਕ ਸਟੂਡੈਂਟਸ ਇੱਕ ਕਿਸਮ ਯੂਨੀਵਰਸਿਟੀ ਦੋਵੇਂ ਨਹੀਂ ਸੇਮ ਹੈਗਾ। ਪਰ ਇਸ਼ੂਜ਼ ਫਾਈਨੈਂਸ਼ੀਅਲ ਬਣਦੇ ਹੈਗੇ ਆ ਤਾਂ ਫਾਈਨੈਂਸ਼ੀਅਲੀ ਤੌਰ ਦੇ ਉੱਪਰ ਯੂਨੀਵਰਸਿਟੀ ਇਹ ਵੀ ਕਹਿ ਰਹੇ ਹੈਗੇ ਆਪਾਂ ਵੱਧ ਤੋਂ ਵੱਧ ਤੁਹਾਨੂੰ ਹੈਲਪ ਕਰਨ ਨੂੰ ਤਿਆਰ ਹੈਗੇ ਆ। ਬਿਕਾਜ਼ ਕਈ ਬੱਚੇ ਮੈਨੂੰ ਇਹ ਵੀ ਕਹਿ ਰਹੇ ਹੈਗੇ ਸਾਨੂੰ ਟਿਊਸ਼ਨ ਦੀ ਰੀਫੰਡ ਮਿਲ ਸਕਦੀ ਹੈ, ਆਪਾਂ ਚੱਲੇ ਵਾਪਸ ਆਪਾਂ ਜਾ ਕੇ ਆਪਾਂ ਕੈਨੇਡਾ ਵੱਲ ਆਸਟ੍ਰੇਲੀਆ ਵੱਲ ਨਿਊਜ਼ੀਲੈਂਡ ਵੱਲ ਦੇਖ ਲੈ ਯੂਕੇ ਸਾਨੂੰ ਉੱਥੇ ਰਹਿਣ ਦਾ ਫਾਇਦਾ ਨਹੀਂ ਹੈਗਾ। ਪਰ ਯੂਨੀਵਰਸਿਟੀ ਕਹਿ ਰਹੀਆਂ ਹੈਗੇ ਰੀਫੰਡ ਤਾਂ ਦੋਗੇ ਤੁਹਾਨੂੰ ਸਹੂਲਤਾਂ ਨਹੀਂ ਦਿੰਦੇ, ਇਹ ਤੁਹਾਡੇ ਆਨਲਾਈਨ ਕਲਾਸਾਂ ਨਹੀਂ ਦਿੰਦੇ ਹੈਗੇ, ਇਹ ਸਾਡੇ ਕੋਲ ਫੈਸਿਲਿਟੀਆਂ ਸਾਰੀਆਂ ਤੁਹਾਨੂੰ ਮਦਦ ਕਰਨ ਨੂੰ ਤਿਆਰ ਹੈਗੇ ਆ, ਫਿਰ ਰੀਫੰਡ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸੋ ਜਿਹੜੇ ਬੱਚੇ ਸੋਚਦੇ ਆਪਾਂ ਰੀਫੰਡ ਲੈ ਕੇ ਵਾਪਸ ਚਲ ਜਾਈਏ I'm afraid ਤੁਹਾਨੂੰ
ਉਹ ਰਸਤਾ ਨਹੀਂ ਹੈਗਾ। ਜੀ ਗੁਰਪਾਲ ਜੀ, ਇੱਕ ਸਵਾਲ, 2019 ਦੇ ਜਨਵਰੀ ਮਹੀਨੇ ਦੇ ਵਿੱਚ ਤੁਸੀਂ ਆਏ ਸੀ, ਸਟੂਡੀਓ ਆਏ, ਬੜਾ ਡਿਟੇਲਡ ਜਾਣਕਾਰੀ ਯੂਕੇ ਦੀ ਦਿੱਤੀ। ਇੱਕ ਤੁਸੀਂ ਕਿਹਾ ਸੀ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ 30-35 ਹਜ਼ਾਰ ਕਾਮਿਆਂ ਦੀ ਜ਼ਰੂਰਤ ਪਵੇ ਬ੍ਰੈਗਜ਼ਿਟ ਤੋਂ ਬਾਅਦ, ਉਹਦੇ 'ਚ ਭਾਰਤ ਸ਼ਾਮਲ ਹੋਣਾ ਹੈ ਨਹੀਂ ਹੋਣਾ, ਵਕਤ ਦੀਆਂ ਗੱਲਾਂ ਨੇ। ਇਹਨੂੰ ਮੈਂ ਜੋੜਨਾ ਚਾਹੂੰਗਾ ਵਰਕ ਹੌਲੀਡੇ ਮੇਕਰ ਦੇ ਨਾਲ। ਜੇ ਯੂਕੇ ਨੂੰ ਲੇਬਰ ਦੀ ਜ਼ਰੂਰਤ ਪੈਂਦੀ ਹੈ ਕਿ ਇੰਡੀਆ ਤੋਂ ਲੇਬਰ ਬੁਲਾਈ ਜਾਊਗੀ, ਕਿਹੜਾ ਵੀਜ਼ਾ ਹੈਗਾ, ਬ੍ਰੈਗਜ਼ਿਟ ਤੋਂ ਬਾਅਦ ਖੇਤੀਬਾੜੀ ਦੇ ਉੱਪਰ ਯੂਕੇ ਦੀ ਪਰ ਕੀ ਅਸਰ ਪਊਗਾ, ਸਾਡੇ ਕਾਮਿਆਂ ਲਈ ਉਹਦੇ 'ਚ ਕੀ ਸਹੂਲਤਾਂ ਹੋਣਗੀਆਂ? ਭਾਜੀ ਬਹੁਤ ਵਧੀਆ ਸਵਾਲ ਤੁਸੀਂ ਪਾਇਆ ਹੈਗਾ। ਇਨਫੈਕਟ ਤੁਸੀਂ ਸਹੀ ਗੱਲ ਕੀਤੀ ਹੈਗੀ, ਮੈਂ ਤੁਹਾਡੇ ਸ਼ੋਅ ਤੇ ਵੀ ਗੱਲ ਕੀਤੀ ਗਈ ਸੀ। ਇਨਫੈਕਟ 2 ਸਾਲ ਪਿੱਛੇ ਯੂਕੇ ਨੇ ਐਲਾਨ ਕੀਤਾ ਸੀ, ਕਹਿੰਦੇ ਸਾਡੀ ਤੇ ਫਾਰਮਿੰਗ ਦੀ ਕੈਟੇਗਰੀ ਜੋ ਖੇਤੀਬਾੜੀ ਹੈਗੀ ਆ, ਸਾਨੂੰ ਇੱਥੇ ਲੋਕਾਂ ਦੀ ਘਾਟ ਹੈਗੀ ਆ, ਤੇ ਕਹਿੰਦੇ ਸੀ ਆਪਾਂ ਪਾਇਲਟ ਸਕੀਮ ਸ਼ੁਰੂ ਕਰਨੀ ਜਿਹਦੇ ਵਿੱਚ ਸਾਨੂੰ ਤਕਰੀਬਨ 2500 ਬੰਦਾ ਆਪਾਂ ਦੇਖਣਾ ਕਿ ਬਾਹਰਲੇ ਮੁਲਕਾਂ 'ਚ ਲੈ ਕੇ ਇੱਥੇ ਆ ਕੇ ਕੰਮ ਕਰਕੇ 6-6 ਮਹੀਨੇ ਦੀ ਫਿਰ ਵਾਪਸ ਜਾਵੇ। ਸ਼ੁਰੂ ਦੇ ਵਿੱਚ ਇਹ ਪਾਲਿਸੀ ਜੋ ਹੈਗੀ ਸੀ ਸਾਡੇ ਪੰਜਾਬ ਇੰਡੀਆ ਨੂੰ ਨਹੀਂ ਕੀਤਾ ਗਿਆ ਸੀ। ਇਹ ਮੋਲਡੋਵਾ, ਰਸ਼ੀਆ ਧਿਆਨ ਸੀ ਜੋ ਯੂਰਪ ਦੇ ਬਾਹਰ ਮੁਲਕਾਂ ਹੈਗਾ, ਉੱਥੇ ਇਹਨਾਂ ਮੌਕਾ ਦਿੱਤਾ ਸੀ। ਮਗਰ ਇਸ ਸਾਲ ਕਹਿੰਦੇ ਹੈਗੇ ਆ ਇਹ ਜੋ ਵਰਕ ਪਰਮਿਟ ਸੀ ਆਪਾਂ ਹੋਰ ਵੀ ਵਧਾ ਦਿੰਦੇ ਹੈਗੇ ਆ ਹੋਰ ਵੀ ਮੁਲਕਾਂ ਤੱਕ। ਮਗਰ ਇਹ ਗੱਲ ਹੋਈ ਸੀ ਬਿਕੋਜ਼ ਬ੍ਰੈਕਸਿਟ ਆਉਣ ਵਾਲਾ ਹੈਗਾ, ਤਾਂ ਬ੍ਰੈਕਸਿਟ ਮੈਂ ਸਾਰੇ ਆਪਣੇ ਸਰੋਤਿਆਂ ਨੂੰ ਦੱਸਦਾ, 1 ਜਨਵਰੀ 2021 ਤੋਂ ਬਾਅਦ ਚ ਜਿੰਨੇ ਵੀ ਲੋਕ ਯੂਕੇ ਆਉਣਾ ਚਾਹੁੰਦੇ ਹਰ ਇੱਕ ਨੂੰ ਵੀਜ਼ਾ ਲੈ ਕੇ ਆਉਣਾ ਪਊਗਾ, ਬੇਸ਼ੱਕ ਤੁਸੀਂ ਯੂਰਪ ਦੇ ਵਿੱਚ ਰਹਿੰਦੇ ਆ ਜਾਂ ਤੁਸੀਂ ਯੂਰਪ ਤੋਂ ਬਾਹਰ ਆ, ਜਿੱਦਾਂ ਸਾਡਾ ਭਾਰਤ ਇੰਡੀਆ ਹੈਗਾ। ਮਗਰ ਅੱਜ ਆਪਾਂ ਦੇਖਿਆ ਹੈਗਾ ਕਰੋਨਾ ਵਾਇਰਸ ਦੇ ਸਮੇਂ ਦੇ ਵਿੱਚ ਇੱਕ ਲੋਕਡਾਊਨ ਦੇ ਵਿੱਚ ਖੇਤੀ ਵਾਲੇ ਫਾਰਮਰਸ ਕਹਿੰਦੇ ਸਾਨੂੰ 70,000 ਬੰਦਾ ਚਾਹੀਦਾ ਇੱਥੇ ਕੰਮ ਕਰਨ ਵਾਸਤੇ, ਮਗਰ ਉਹ ਬੰਦਾ ਮੋਰੇ ਆ ਨਹੀਂ ਰਿਹਾ ਹੈਗਾ। ਯੂਕੇ ਦੇ ਜੋ ਇੱਥੇ ਜੰਪਲ ਹੈਗੇ ਆ ਉਹ ਜੌਬ ਆਫਰ ਇੰਟਰਵਿਊ ਲਈ ਪੇਸ਼ ਨਹੀਂ ਹੁੰਦੇ ਹੈਗੇ, ਇਹ ਪੇਸ਼ ਹੁੰਦੇ ਉਹ ਮੋਰੇ ਆਉਂਦੇ ਨਹੀਂ ਕੰਮ ਕਰਨ ਵਾਸਤੇ। ਸੋ ਫਿਕਰ ਹੁਣ ਇੱਥੇ ਦੀ ਪਈ ਹੈਗੀ। ਹੁਣ ਤਾਂ ਮੈਂ ਅੱਜ ਦੇ ਵਕਤ ਦੀ ਗੱਲ ਕਰਦਾ, ਜਨਵਰੀ ਥੱਲੇ ਬਾਅਦ ਦੀ ਗੱਲਾਂ ਹੈਗੀਆਂ। ਅੱਜ ਦੇ ਵਕਤ ਫਾਰਮਰ ਖੇਤੀ ਲਈ ਕਹਿੰਦੇ ਸਾਨੂੰ ਅੱਜ ਦੇ ਵਕਤ ਬੰਦੇ ਦੀ ਲੋੜ ਹੈਗੀ ਹੈ। ਇਹ ਬੰਦੇ ਸਾਨੂੰ ਨਾ ਮਿਲੇ, ਸਾਡੇ ਕੋਲ ਜੋ ਪ੍ਰੋਡਿਊਸ ਆ ਐਗਰੀਕਲਚਰ ਉਹ ਆਪਾਂ ਦੁਕਾਨਾਂ ਤੱਕ ਨਹੀਂ ਪਹੁੰਚਾ ਸਕਦੇ, ਇਹ ਦੁਕਾਨਾਂ ਤੱਕ ਨਹੀਂ ਪਹੁੰਚਾ ਸਕਦੇ ਹੈਗੇ ਤਾਂ ਅੱਗੇ ਕਸਟਮਰ ਕੰਜ਼ਿਊਮਰ ਤੱਕ ਨਹੀਂ ਪਹੁੰਚਾਉਣਾ। ਸੋ ਭਾਜੀ ਜਨਵਰੀ ਤੇ ਮੈਂ ਕਹਿੰਦਾ ਦੂਰ ਦੀ ਗੱਲ ਹੈ, ਇਹ ਪ੍ਰੋਬਲਮ ਸਾਨੂੰ ਅੱਜ ਦੇ ਵਕਤ ਪੇਸ਼ ਹੋ ਰਹੀ ਹੈਗੀ ਆ। ਪਰ 1 ਜਨਵਰੀ ਦੇ ਬਾਅਦ ਚ ਮੈਂ ਇਹ ਕਹੂੰਗਾ ਇੱਕ ਚੰਗੀ ਵਧੀਆ ਖਬਰ ਤੇ ਇਹ ਹੈਗੀ ਆ, ਜਿੰਨੇ ਵੀ ਲੋਕ ਹੁਣ ਯੂਕੇ ਕੰਮ ਕਰਨਾ ਚਾਹੁੰਦੇ ਹੈਗੇ ਆ, ਐਸ ਲੌਂਗ ਐਸ ਤੁਹਾਡੇ ਕੋਲ ਯੂਕੇ ਚ ਸਪਾਂਸਰ ਹੈਗਾ, ਤਾਂ ਹੁਣ ਮੈਂ ਇਹ ਲੋਕਾਂ ਨੂੰ ਬੇਨਤੀ ਕਰਾਉਣਾ ਯੂਕੇ ਚ ਜਿੰਨੇ ਵੀ ਸਾਡੇ ਬਿਜ਼ਨੈਸਿਸ ਆ ਰਹੇ ਹੈਗੇ ਆ, ਆਪਣੀ ਯੂਕੇ ਸਰਕਾਰ ਤੋਂ ਤੁਸੀਂ ਸਪਾਂਸਰ ਦਾ ਲਾਇਸੈਂਸ ਲੈ ਸਕਦੇ ਹੈਗੇ, ਜਿਹਦੇ ਬਾਅਦ ਤੁਸੀਂ ਫਿਰ ਬਾਹਰਲੇ ਲੋਕ ਇੰਡੀਆ ਤੋਂ, ਪਾਕਿਸਤਾਨ, ਬੰਗਲਾਦੇਸ਼, ਜਿਹਦੇ ਮਰਜ਼ੀ ਮੁਲਕ ਤੋਂ ਤੁਸੀਂ ਯੂਕੇ ਫਿਰ ਬੰਦੇ ਕੰਮ ਦੇ ਰੂਪ ਚ ਲੈ ਕੇ ਆ ਸਕਦੇ ਆ, ਐਸ ਲੌਂਗ ਐਸ ਉਹ ਇੰਗਲਿਸ਼ ਬੋਲ ਸਕਦੇ ਆ, ਯੂਕੇ ਦੇ +2 ਦੇ ਪੜ੍ਹਾਈ ਤੋਂ ਵੱਧ ਕੀਤੀ ਹੋਏ, ਐਕਸਪੀਰੀਅੰਸ ਹੋਏ, ਤਾਂ 25,600 ਦੀ ਘੱਟ ਤੋਂ ਘੱਟ ਉਹਨਾਂ ਦੀ ਇਨਕਮ ਤੁਸੀਂ ਦਿਖਾ ਸਕਦੇ ਹੈਗੇ। ਤੇ ਜਿਹੜੀ ਛੋਟੀ ਆਕੂਪੇਸ਼ਨ ਜਿਹੜਾ ਨਰਸਿਸ ਹੈ ਉਹਦੀ ਉਹਨਾਂ ਰਕਮ ਸੀ 20,400। ਸੋ ਯੂਕੇ ਕੇ ਦੇਖੇ ਜਾਏ ਹਾਂ ਕੰਮ ਦੀ ਲੋੜ ਹੈਗੀ ਆ, ਬੰਦਿਆਂ ਦੀ ਲੋੜ ਹੈਗੀ ਆ, ਪਰ ਸਕਿਲਡ ਯੂਕੇ ਨੇ ਇਹ ਕਿਹਾ ਹੈਗਾ ਸਾਨੂੰ ਲੋ ਸਕਿਲ ਲੇਬਰ ਦੀ ਲੋੜ ਨਹੀਂ ਹੈਗੀ, ਕਿ ਲੋੜ ਹੈਗੀ ਆ ਹਾਈਲੀ ਸਕਿਲਡ। ਹੁਣ ਇੱਥੇ ਮੈਂ ਕਹੂੰਗਾ ਸ਼ਾਇਦ ਆਪਣੇ ਪੰਜਾਬੀ ਮਾਰ ਖਾਓਗੇ, ਬਿਕੋਜ਼ ਮੈਂ ਦੇਖਿਆ ਜਿੰਨੇ ਵੀ ਵੱਧ ਤੋਂ ਵੱਧ ਪੰਜਾਬੀ ਬਾਹਰ ਹੁੰਦੇ ਹੈਗੇ ਉਹ ਬਾਹਰ ਜਾ ਕੇ ਲੋ ਸਕਿਲ ਲੇਬਰ ਦੇ ਰੂਪ ਚ ਫਸ ਜਾਂਦੇ ਹੈਗੇ ਆ। ਕੰਸਟਰਕਸ਼ਨ ਦੀਆਂ ਸਾਈਟਾਂ, ਸਿਕਿਉਰਿਟੀ ਦੀਆਂ ਜੋਬਾਂ, ਟੈਕਸੀ ਚਲਾਉਣ, ਡਰਾਈਵਰ ਦੇ ਕੰਮ। ਭਾਜੀ ਇਹ ਸਕਿਲ ਜੋਬਾਂ ਨਹੀਂ ਹੈਗੀਆਂ, ਸਕਿਲ ਜੋਬਾਂ ਹੋ ਗਈਆਂ IT ਸੈਕਟਰ ਦੇ ਵਿੱਚ, NHS, ਹੈਲਥ ਸੈਕਟਰ। ਹੁਣ ਦੇਖੋ ਜਿੰਨੇ ਵੀ ਇੱਥੇ ਬੱਚੇ ਆਏ ਸੀ ਜੋ ਸਟੂਡੈਂਟ ਦੇ ਰੂਪ ਚ ਪੜ੍ਹਾਈ ਕਰਦੇ ਹੈਗੇ ਆ, ਸਟੂਡੈਂਟ, ਡਾਕਟਰਸ, ਪੈਰਾਮੈਡਿਕਸ, ਭਾਜੀ ਉਹਨਾਂ ਨੇ ਸਰਕਾਰ ਨੇ ਕਿਹਾ ਤੁਹਾਨੂੰ 20 ਘੰਟੇ ਨਹੀਂ ਪਰ ਫੁੱਲ ਟਾਈਮ ਕਰਨ ਦੀ ਇਜਾਜ਼ਤ ਹੈਗੀ ਹੈ। ਤੇ ਜਿਹਦੇ ਵਰਕ ਪਰਮਿਟ ਦੇ ਰੂਪ ਆਏ ਸੀ ਜੋ 1 ਅਕਤੂਬਰ ਤੋਂ ਪਹਿਲਾਂ ਜਿਹਨਾਂ ਦੇ ਵੀਜ਼ੇ ਮੁੱਕਣ ਨੂੰ ਫਿਰਦੇ ਸੀ, ਯੂਕੇ ਦੀ ਸਰਕਾਰ ਕਹਿੰਦੀ ਆਪਾਂ ਤੁਹਾਡੇ ਫ੍ਰੀ ਦੇ ਵਿੱਚ ਤੁਹਾਡੇ ਵੀਜ਼ੇ ਵਧਾਉਂਗੇ। ਸੋ ਜਿੱਥੇ ਕੰਮ ਦੀ ਲੋੜ ਹੈਗੀ ਆ ਯੂਕੇ ਦੀ ਸਰਕਾਰ ਕਹਿੰਦੇ ਆਓ ਆਪਾਂ ਤੁਹਾਨੂੰ ਰੱਖਣ ਨੂੰ ਤਿਆਰ ਹੈਗੇ ਆ, ਤੁਹਾਨੂੰ PR ਦਾ ਮੌਕਾ ਦੇਣ ਨੂੰ ਤਿਆਰ ਹੈਗੇ ਆ, ਤੁਹਾਨੂੰ ਵੱਧ ਫੀਸਾਂ ਪੜ੍ਹਾਈ ਦੇ ਨਾਲ ਦੇਣ ਨੂੰ ਤਿਆਰ ਹੈਗੇ ਆ। ਮਗਰ ਪ੍ਰੋਬਲਮ ਪੈ ਰਹੀ ਹੈਗੀ ਜਿੱਥੇ ਲੋ ਸਕਿਲ। ਸੋ ਮੇਰੀ ਇੱਕ ਹੀ ਬੇਨਤੀ ਹੁੰਦੀ ਹੈ ਪਰ ਪੰਜਾਬੀ ਨੂੰ, ਆਓ ਬਾਹਰ ਆਓ, ਤਰੱਕੀ ਕਰੋ, ਪਰ ਤਰੱਕੀ ਕਰਨ ਵਾਸਤੇ ਪੜ੍ਹਾਈ ਲਿਖਾਈ ਸਕਿੱਲ ਦੀ ਲੋੜ ਹੈਗੀ ਆ। ਲੇਬਰ ਦੇ ਨਾਲ ਤੁਸੀਂ ਤਰੱਕੀ ਨਹੀਂ ਕਰ ਪਾਉਂਗੇ। ਜੀ ਬਹੁਤ ਬਹੁਤ ਵੈਲਿਊਬਲ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਤੱਕ ਸਾਡਾ ਬੱਚਾ ਹੱਥਾਂ ਦੀ ਸ਼ਫਾ ਨਹੀਂ ਸਿੱਖੇਗਾ, ਚਾਹੇ ਉਹ ਵੈਲਡਰ ਹੀ ਬਣੇ, ਪਲੰਬਰ ਬਣੇ, ਕੁੱਕ ਬਣੇ, IT ਸੈਕਟਰ 'ਚ ਜਾਵੇ, ਡਾਕਟਰ ਬਣੇ ਜਾਂ ਸਕਿਲਡ ਵੱਲ ਜਾਵੇ, ਮੈਂ ਪਹਿਲਾਂ ਟ੍ਰੇਡ ਦੀ ਗੱਲ ਕੀਤੀ ਹੈ, ਉਦੋਂ ਤੱਕ ਮੇਰੇ ਖਿਆਲ ਸਾਡੇ ਬੱਚੇ ਕਾਮਯਾਬ ਵਿਦੇਸ਼ਾਂ 'ਚ ਨਹੀਂ ਹੋ ਪਾਉਣਗੇ। ਔਰ ਜਾਂ ਫਿਰ ਸਾਡੇ ਕੋਲ ਇੰਨੀ ਕੁ ਪੂੰਜੀ ਹੋਵੇ ਕਿ ਅਸੀਂ ਵੱਡੇ ਕਾਰੋਬਾਰ ਖੋਲ੍ਹ ਸਕੀਏ, ਜਿਹੜੀ ਕਿ ਚਾਈਨਾ ਨੇ ਕੀਤਾ ਸੀ, ਪਰ ਸਾਡੇ ਕੋਲ ਪੂੰਜੀ ਵੀ ਨਹੀਂ ਹੈ। ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਕਰਜ਼ੇ ਲੈ ਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਹਾਂ। ਬਹੁਤ ਵਧੀਆ ਤੁਸੀਂ ਸੁਜੈਸ਼ਨ ਦਿੱਤੀ ਹੈ। ਮੈਂ ਵੀ ਬੱਚਿਆਂ ਨੂੰ ਇਹੀ ਕਹਿਣਾ ਹੈ ਕਿ ਲੋ ਸਕਿੱਲ ਦੀਆਂ ਜਿਹੜੀਆਂ ਲੇਬਰਸ ਨੇ, ਬਰਫ਼ ਹਟਾਉਣਾ, ਪੈਟਰੋਲ ਪੰਪ 'ਤੇ ਤੇਲ ਪਾਉਣਾ ਜਾਂ ਦੁਕਾਨਾਂ 'ਤੇ ਰਾਸ਼ਨ ਵੇਚਣਾ, ਇਹ ਕੋਈ ਉਸ ਕਿਸਮ ਦੀਆਂ ਜੌਬਸ ਨਹੀਂ ਜਿਹੜੀਆਂ ਤੁਹਾਡੀਆਂ ਜ਼ਿੰਦਗੀ ਨੂੰ ਨਿਰਬਾਹ ਕਰ ਪਾਉਣਗੀਆਂ, ਪੂਰੀ ਜ਼ਿੰਦਗੀ ਤੁਹਾਨੂੰ ਪੈਸਾ ਦੇਣਗੀਆਂ ਜਾਂ ਤੁਹਾਡਾ ਸਕਿੱਲ ਇਹਦੇ ਨਾਲ ਨਿਖਰ ਕੇ ਆਊਗਾ। ਗੁਰਪਾਲ ਜੀ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਗੱਲਾਂ ਕੀਤੀਆਂ।
ਤੇ ਇਹਦੇ ਲਈ ਬਹੁਤ ਤੁਹਾਡਾ ਸ਼ੁਕਰੀਆ, ਤੁਹਾਡੀ ਟੀਮ ਦਾ ਧੰਨਵਾਦ, ਤੁਹਾਡੀ ਟੈਕਨੀਕਲ ਟੀਮ ਦਾ, ਸਾਡੀ ਟੈਕਨੀਕਲ ਟੀਮ ਦਾ, ਜਿਨ੍ਹਾਂ ਕਰਕੇ ਅਸੀਂ ਯੂਕੇ ਜੁੜਦੇ ਹਾਂ ਔਰ ਵੰਨ-ਸੁਵੰਨੀਆਂ ਗੱਲਾਂ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਕਰਦੇ ਹੋ। ਔਰ ਅਗਲੇ ਸੰਡੇ ਵੀ ਉਮੀਦ ਕਰਾਂਗੇ ਕਿ ਤੁਹਾਡੇ ਨਾਲ 15-20 ਮਿੰਟ ਗੁਜ਼ਾਰੀਏ ਤੇ ਯੂਕੇ ਦੀ ਹਾਲਾਤ ਬਾਰੇ ਜਾਣੀਏ। ਬਹੁਤ ਮਿਹਰਬਾਨੀ ਜੀ।